ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ। ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 6ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੇਨੀਅਨ, ਉਸ ਦਾ ਲੈਸਨ ਨੰਬਰ 10 ਦੀ ਕਰੈਕਟ ਪੌਟ ਅਰਥਾਤ ਤਿੜਕਿਆ ਹੋਇਆ ਭਾਂਡਾ। ਉਸ ਲੈਸਨ ਦੀ ਐਕਟੀਵਿਟੀ ਨੰਬਰ 7 ਐਂਡ 8 ਅਸੀਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ, ਜਿਸ ਦਾ ਸਿਰਲੇਖ ਹੈ ਲਰਨਿੰਗ ਲੈਂਗੁਏਜ ਅਰਥਾਤ ਭਾਸ਼ਾ ਦੀ ਬੋਲੀ ਦੀ ਸਿਖਲਾਈ। ਇਸ ਵਿੱਚ ਕੁਝ ਵਿਆਕਰਣ ਦੇ ਨੁਕਤੇ ਹੋਣਗੇ ਜੋ ਆਪ ਜੀ ਨੂੰ ਇਸ ਵੀਡੀਓ ਰਾਹੀਂ ਸਿਖਾਏ ਜਾਣਗੇ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਆਪਣੀ ਨੋਟਬੁੱਕ ਲੈ ਲਓ, ਨਾਲ ਪੈਨ ਲੈ ਲਓ, ਅਤੇ ਜਿਹੜੀਆਂ ਗੱਲਾਂ ਤੁਹਾਨੂੰ ਦੱਸੀਆਂ ਜਾਣਗੀਆਂ ਤੁਸੀਂ ਉਹਨਾਂ ਨੂੰ ਨਾਲ ਦੇ ਨਾਲ ਨੋਟ ਕਰਦੇ ਜਾਣਾ ਹੈ। ਸੋ ਆਓ ਸ਼ੁਰੂ ਕਰੀਏ। ਟੈਂਸਿਸ। ਦੀ ਵਰਬ ਇਨ ਅ ਸੈਂਟੈਂਸ ਅਰਥਾਤ ਕਿਸੇ ਵੀ ਵਾਕ ਦੇ ਵਿੱਚ ਜੋ ਕਿਰਿਆ ਹੈ, ਸ਼ੋਜ਼ ਟਾਈਮ, ਉਹ ਸਮਾਂ ਦਰਸਾਉਂਦੀ ਹੈ, ਔਰ ਸਟੇਟ ਆਫ ਮੋਸ਼ਨ, ਸਟੇਟ ਆਫ ਐਕਸ਼ਨ, ਅਤੇ ਜੋ ਕਿਰਿਆ ਦੀ ਜੋ ਹਾਲਤ ਹੈ ਉਹਦੇ ਬਾਰੇ ਉਹ ਕੋਈ ਜਾਣਕਾਰੀ ਦਿੰਦੀ ਹੈ। ਠੀਕ ਹੈ, ਦੈਟ ਇਜ਼ ਉਹਨਾਂ ਦੇ ਅਰਥਾਤ ਦੀ ਟਾਈਮ ਵੈਨ ਦੀ ਐਕਸ਼ਨ ਟੇਕਸ ਪਲੇਸ, ਉਹ ਸਮਾਂ ਜਦੋਂ ਕਿਰਿਆ ਹੋਂਦ ਵਿੱਚ ਆ ਰਹੀ ਹੈ, ਕਿਰਿਆ ਹੋ ਰਹੀ ਹੈ, ਔਰ ਵੈਦਰ ਦਾ ਐਕਸ਼ਨ ਇਜ਼ ਹੈਬੀਚੁਅਲ। ਹੈਬੀਚੁਅਲ ਮਤਲਬ ਕਿ ਆਦਤਨ, ਮਤਲਬ ਕਿ ਰੂਟੀਨ 'ਚ ਰੋਜ਼, ਹਫਤਾਵਾਰੀ ਜਾਂ ਰੋਜ਼, ਮਤਲਬ ਆਦਤ ਦੇ ਅਨੁਸਾਰ ਕੋਈ ਕੰਮ ਹੋ ਰਿਹਾ ਹੈ, ਉਹਨੂੰ ਦਰਸਾਉਂਦੀ ਹੈ। ਹੈਜ਼ ਬੀਨ ਕੰਪਲੀਟਡ, ਜਾਂ ਉਹ ਕਿਰਿਆ ਹੁਣ ਮੁੱਕ ਚੁੱਕੀ ਹੈ, ਕੰਮ ਇੱਕ ਸਮੇਂ ਸ਼ੁਰੂ ਕੀਤਾ ਗਿਆ ਸੀਗਾ, ਕੋਈ ਕਿਰਿਆ ਸ਼ੁਰੂ ਕੀਤੀ ਗਈ ਸੀ, ਉਹ ਖਤਮ ਹੋ ਗਈ ਹੈ। ਔਰ ਇਜ਼ ਇਨ ਪ੍ਰੋਗਰੈਸ, ਜਾਂ ਫਿਰ ਕਿਰਿਆ ਉਹ ਹਾਲੇ ਚਾਲੂ ਹੈ, ਚੱਲ ਰਹੀ ਹੈ। ਠੀਕ ਹੈ, ਸੋ ਜਿਹੜੇ ਟੈਂਸਿਸ ਨੇ ਬੱਚਿਓ, ਇਹ ਕਿਰਿਆ ਦੀ ਜਿਹੜੇ ਅਲੱਗ-ਅਲੱਗ ਰੂਪ ਨੇ ਸਮੇਂ ਦੇ ਅਨੁਸਾਰ ਚੱਲ ਰਹੀ ਹੈ, ਉਹ ਕਿਰਿਆ ਆਦਤਨ ਹੈ, ਮੁੱਕ ਚੁੱਕੀ ਹੈ ਜਾਂ ਚਾਲੂ ਹੈ, ਇਹਦੇ ਬਾਰੇ ਜਾਣਕਾਰੀ ਮਿਲਦੀ ਹੈ। ਇਹ ਜਿਵੇਂ ਅਸੀਂ ਅੱਗੇ ਹੁਣ ਐਗਜ਼ਾਮਪਲ ਦੇਖਾਂਗੇ ਅਤੇ ਇਹਦੀ ਜੋ ਐਕਸਰਸਾਈਜ਼ ਕਰਾਂਗੇ ਉਹਦੇ ਵਿੱਚ ਤੁਹਾਨੂੰ ਹੋਰ ਚੀਜ਼ ਇਹ ਸਹੀ ਢੰਗ ਨਾਲ ਪਤਾ ਲੱਗ ਜਾਏਗੀ। ਆਓ ਦੇਖੀਏ। ਓਕੇ, ਪ੍ਰੈਜ਼ੈਂਟ ਟੈਂਸ। ਠੀਕ ਹੈ ਬੱਚਿਓ, ਵਰਤਮਾਨ ਕਾਲ। ਠੀਕ ਹੈ, ਪ੍ਰੈਜ਼ੈਂਟ ਟੈਂਸ to show actions happening in the present time and their state। present tense ਬੱਚਿਓ ਇਹ ਉਹਨਾਂ ਗਤੀਵਿਧੀਆਂ ਨੂੰ, ਉਹਨਾਂ ਕਿਰਿਆਵਾਂ ਨੂੰ ਦਰਸਾਉਂਦਾ ਹੈ ਜੋ ਵਰਤਮਾਨ ਵਿੱਚ ਹੋ ਰਹੀਆਂ ਹਨ, ਹੁਣ ਇਸ ਵੇਲੇ। ਠੀਕ ਹੈ, ਮੌਜੂਦਾ ਸਮੇਂ ਵਿੱਚ ਜੋ ਹੋ ਰਹੀਆਂ, ਐਂਡ ਦੇਅਰ ਸਟੇਟ, ਅਤੇ ਉਹਨਾਂ ਦੀ ਹਾਲਤ ਕੀ ਹੈ ਇਸ ਵੇਲੇ। ਠੀਕ ਹੈ, ਉਹ ਦਰਸਾਉਂਦੀਆਂ ਹਨ। ਐਗਜ਼ਾਮਪਲਸ, ਸ਼ੀ ਰਾਈਟਸ ਲੈਟਰਸ, ਉਹ ਚਿੱਠੀਆਂ ਲਿਖਦੀ ਹੈ। ਸ਼ੀ ਇਜ਼ ਰਾਈਟਿੰਗ ਲੈਟਰਸ, ਹੁਣ ਆਈ-ਐਨ-ਜੀ ਰਹੀ ਹੈ। ਸ਼ੀ ਇਜ਼ ਰਾਈਟਿੰਗ ਲੈਟਰਸ, ਉਹ ਚਿੱਠੀਆਂ ਲਿਖ ਰਹੀ ਹੈ, ਮਤਲਬ ਕਿ ਜਿਸ ਵੇਲੇ ਗੱਲ ਹੋ ਰਹੀ ਹੈ, ਉਹ ਜਿਸ ਵੇਲੇ ਗੱਲ ਉਹਦਾ ਵੇਰਵਾ ਦਿੱਤਾ ਜਾ ਰਿਹਾ ਉਸ ਵੇਲੇ ਚਿੱਠੀ ਲਿਖਦੀ ਪਈ ਹੈ, ਉਹ ਚਿੱਠੀ ਲਿਖ ਰਹੀ ਹੈ। ਜੇ ਕੋਈ ਪੁੱਛੋ ਕੀ ਕਰ ਰਹੀ ਹੈ, ਉਹ ਚਿੱਠੀਆਂ ਲਿਖ ਰਹੀ ਹੈ। ਸ਼ੀ ਰਾਈਟਸ ਲੈਟਰਸ ਮਤਲਬ ਕਿ ਉਹ ਇੱਕ ਰੂਟੀਨ ਵਿੱਚ ਆਦਤ ਹੈ ਉਹਨੂੰ ਚਿੱਠੀਆਂ ਲਿਖਣ ਦੀ, ਉਹਨੂੰ ਸ਼ੌਕ ਹੈ। ਸ਼ੀ ਰਾਈਟਸ ਲੈਟਰਸ, ਉਹ ਚਿੱਠੀਆਂ ਲਿਖਦੀ ਹੈ। ਠੀਕ ਹੈ, ਜਿੱਦਾਂ ਉਹ ਚਿੱਠੀਆਂ ਅਖਬਾਰਾਂ ਨੂੰ ਲਿਖਦੀ ਹੈ, ਉਹ ਚਿੱਠੀ ਆਪਣੇ ਮਿੱਤਰਾਂ ਨੂੰ ਲਿਖਦੀ ਹੈ। ਠੀਕ ਹੈ, ਇਸ ਤਰ੍ਹਾਂ। ਸ਼ੀ ਹੈਜ਼ ਰਿਟਨ ਲੈਟਰਸ, ਉਹਨੇ ਚਿੱਠੀਆਂ ਲਿਖ ਲਈਆਂ ਹਨ, ਅਰਥਾਤ ਕੰਮ ਸ਼ੁਰੂ ਕੀਤਾ ਸੀ ਪਰ ਉਹਨੂੰ ਮੁਕਾ ਲਿਆ, ਤੇ ਆ ਗਿਆ ਹੈਜ਼, ਆ ਗਿਆ ਹੈਜ਼ ਜਾਂ ਹੈਵ ਆਏਗਾ। ਹੀ, ਸ਼ੀ, ਇਟ ਦੇ ਨਾਲ ਹੈਜ਼ ਆਏਗਾ। ਇਹ ਗੱਲਾਂ ਮੈਂ ਅੱਗੇ ਦੱਸੀ ਜਾਵਾਂਗਾ, ਅੱਗੇ ਵੀ ਦੱਸੀਆਂ ਗਈਆਂ ਨੇ। ਹੈਜ਼, ਹੈਵ, ਹੈਡ ਦੇ ਨਾਲ ਹਮੇਸ਼ਾ ਥਰਡ ਫਾਰਮ ਆਉਂਦੀ ਹੈ, ਥਰਡ ਫਾਰਮ। ਠੀਕ ਹੈ, ਰਾਈਟ, ਰੋਟ, ਰਿਟਨ, ਸੋ ਥਰਡ ਫਾਰਮ ਰਿਟਨ। ਸ਼ੀ ਹੈਜ਼ ਰਿਟਨ ਲੈਟਰਸ ਮਤਲਬ ਕਿ ਉਹ ਚਿੱਠੀਆਂ ਲਿਖਣੀਆਂ ਉਹਨੇ ਸ਼ੁਰੂ ਕੀਤੀਆਂ ਸੀ ਤੇ ਹੁਣ ਉਹ ਚਿੱਠੀਆਂ ਲਿਖਣੀਆਂ ਉਹਨੇ ਮੁਕਾ ਲਈਆਂ ਹਨ। ਠੀਕ ਹੈ, ਸ਼ੀ ਹੈਜ਼ ਬੀਨ ਰਾਈਟਿੰਗ ਲੈਟਰਸ, ਉਹ ਇੰਨੇ ਚਿਰ ਤੋਂ ਚਿੱਠੀਆਂ ਲਿਖਦੀ ਆ ਰਹੀ ਹੈ। ਜਦੋਂ ਹੈਜ਼ ਬੀਨ ਆ ਜਾਏ ਨਾ ਰਾਈਟਿੰਗ, ਹੁਣ ਦੇਖੋ ਇਹ ਹੈਗਾ ਰਾਈਟਿੰਗ, ਚਿੱਠੀਆਂ ਲਿਖ ਰਹੀ ਹੈ, ਤੇ ਹੈਜ਼ ਬੀਨ ਰਾਈਟਿੰਗ ਮਤਲਬ ਕਿਸੇ ਵੇਲੇ ਕੰਮ ਸ਼ੁਰੂ ਹੋਇਆ ਸੀ ਤੇ ਹੁਣ ਵੀ ਚੱਲਦਾ ਪਿਆ। ਜਦੋਂ ਇੱਦਾਂ ਦੀ ਗੱਲ ਹੋਵੇ ਨਾ, ਜਦੋਂ ਪਾਸਟ ਵਿੱਚ ਕੰਮ ਸ਼ੁਰੂ ਹੋਵੇ ਤੇ ਹੁਣ ਵੀ ਚੱਲਦਾ ਪਿਆ ਹੋਵੇ, ਤਦ ਅਸੀਂ ਵਰਤਦੇ ਹਾਂ ਹੈਜ਼ ਬੀਨ, ਹੈਵ ਬੀਨ ਵਰਤਦੇ ਹਾਂ। ਠੀਕ ਹੈ ਬੱਚਿਓ, ਸ਼ੀ ਇਜ਼ ਰਾਈਟਿੰਗ ਲੈਟਰਸ, ਇਹ ਫਰਕ ਹੈਗਾ ਵੀ ਹੁਣ ਇਸ ਵੇਲੇ ਜੋ ਕਿਰਿਆ ਹੋ ਰਹੀ ਹੈ ਉਹਦੇ ਬਾਰੇ ਦੱਸਿਆ ਜਾ ਰਿਹਾ ਵੀ ਇਸ ਵੇਲੇ ਉਹ ਇਹ ਕਰ ਰਹੀ ਹੈ। ਤੇ ਸ਼ੀ ਹੈਜ਼ ਬੀਨ ਰਾਈਟਿੰਗ ਲੈਟਰਸ ਮਤਲਬ ਕਿ ਉਹ ਇੰਨੇ ਚਿਰ ਤੋਂ, ਇੰਨੇ ਸਮੇਂ ਤੋਂ, ਇੰਨੇ ਸਾਲਾਂ ਤੋਂ ਉਹਦਾ ਮਤਲਬ ਕਿ ਇਹ ਕੰਮ, ਉਹਦੀ ਆਦਤ ਹੈ, ਇਹ ਕੰਮ ਕਰਦੀ ਆ ਰਹੀ ਹੈ। ਠੀਕ ਹੈ, ਇਨ ਆਲ ਦਾ ਸੈਂਟੈਂਸਿਸ, ਇਹ ਸਾਰੇ ਵਾਕਾਂ ਵਿੱਚ ਦੀ ਵਰਬ ਫਾਰਮ ਇਜ਼ ਇਨ ਦੀ ਪ੍ਰੈਜ਼ੈਂਟ ਟੈਂਸ। ਇਹ ਬੇਸ਼ੱਕ ਚਾਰ ਵੱਖਰੇ ਵੱਖਰੇ ਰੂਪ ਨੇ ਬੱਚਿਓ, ਪਰ ਇਹ ਚਾਰੋਂ ਹੀ ਪ੍ਰੈਜ਼ੈਂਟ ਟੈਂਸ ਦਾ ਰੂਪ ਨੇ। ਇਹਨੂੰ ਕਿਹਾ ਜਾਂਦਾ ਹੈ ਪ੍ਰੈਜ਼ੈਂਟ ਸਿੰਪਲ ਟੈਂਸ ਜਾਂ ਪ੍ਰੈਜ਼ੈਂਟ ਇਨਡੈਫੀਨਿਟ ਟੈਂਸ। ਇਹਨੂੰ ਕਿਹਾ ਜਾਂਦਾ ਹੈ ਪ੍ਰੈਜ਼ੈਂਟ ਕੰਟੀਨਿਊਅਸ ਟੈਂਸ ਜਾਂ ਪ੍ਰੈਜ਼ੈਂਟ ਪ੍ਰੋਗਰੈਸਿਵ ਟੈਂਸ।
ਇਹਨੂੰ ਕਿਹਾ ਜਾਂਦਾ ਹੈ ਪ੍ਰੈਜ਼ੈਂਟ ਪਰਫੈਕਟ ਟੈਂਸ ਤੇ ਇਹਨੂੰ ਕਿਹਾ ਜਾਂਦਾ ਹੈ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ, ਪ੍ਰੈਜ਼ੈਂਟ ਪਰਫੈਕਟ ਪ੍ਰੋਗਰੈਸਿਵ ਜਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ। ਠੀਕ ਹੈ। ਸੋ ਬੱਚਿਓ ਇਹ ਤੁਸੀਂ ਇਹ ਗੱਲ ਯਾਦ ਰੱਖ ਲਓ ਕਿ ਜਿੱਥੇ ਹੈਜ਼ ਆ ਜਾਏ ਹੈਜ਼ ਉੱਥੇ ਪਰਫੈਕਟ ਜ਼ਰੂਰ ਆਏਗਾ। ਸ਼ੀ ਹੈਜ਼ ਰਿਟਨ ਲੈਟਰਸ ਪਰਫੈਕਟ ਟੈਂਸ, ਸ਼ੀ ਹੈਜ਼ ਬੀਨ ਰਾਈਟਿੰਗ ਪਰਫੈਕਟ ਕੰਟੀਨਿਊਸ ਟੈਂਸ, ਇੱਥੇ ਹੈਜ਼ ਨਹੀਂ ਹੈਗਾ ਕੰਟੀਨਿਊਸ ਟੈਂਸ, ਸਿੰਪਲ ਪ੍ਰੈਜ਼ੈਂਟ ਟੈਂਸ ਜਾਂ ਪਰਫੈਕਟ ਜਾਂ ਪ੍ਰੈਜ਼ੈਂਟ ਇਨਡੈਫੀਨਿਟ ਟੈਂਸ, ਇਹ ਚਾਰ ਟੈਂਸ ਨੇ। ਠੀਕ ਹੈ ਪ੍ਰੈਜ਼ੈਂਟ ਦੇ। ਇसी ਤਰ੍ਹਾਂ ਫਿਊਚਰ ਟੈਂਸ ਵੀ ਹੈਗਾ, ਇसी ਤਰ੍ਹਾਂ ਪਾਸਟ ਟੈਂਸ ਵੀ ਹੈਗਾ। ਉਹ ਫਿਰ ਕਿਸੇ ਹੋਰ ਮੌਕੇ 'ਤੇ ਮੈਂ ਟੈਂਸਿਸ ਦਾ ਵੈਸੇ ਇੱਕ ਅਲੱਗ ਸ਼ੁਰੂ ਕੀਤੀ ਸੀ ਲੜੀ, ਉਹ ਕੰਮ ਥੋੜ੍ਹਾ ਰੁਕ ਗਿਆ। ਉਹ ਤੁਸੀਂ ਮੈਂ ਤਿੰਨ ਵੀਡੀਓ ਬਣ ਚੁੱਕੇ ਨੇ ਟੈਂਸਿਸ ਦੇ, ਤੁਸੀਂ ਉਹ ਵੀ ਦੇਖ ਸਕਦੇ ਹੋ ਪਲੇਲਿਸਟ ਵਿੱਚ ਜਾ ਕੇ ਟੈਂਸਿਸ। ਸੋ ਜਿਵੇਂ ਤੁਹਾਡੇ ਕਿਤਾਬਾਂ ਦਾ ਕੰਮ ਥੋੜ੍ਹਾ ਨਿਪਟ ਜਾਂਦਾ ਹੈ ਤੇ ਫਿਰ ਮੈਂ ਜ਼ਿਆਦਾ ਸਮਾਂ ਟੈਂਸਿਸ ਵਾਲੇ ਪਾਸੇ ਜਾਂ ਵਿਆਕਰਨ ਵਾਲੇ ਪਾਸੇ ਵੱਖਰਾ ਤੌਰ 'ਤੇ ਦੇਵਾਂਗਾ। ਠੀਕ ਹੈ। ਆਓ ਅੱਗੇ ਚਲੀਏ। ਓਕੇ, ਇਨ ਇੰਗਲਿਸ਼ ਗ੍ਰਾਮਰ ਅੰਗਰੇਜ਼ੀ ਦੇ ਵਿਆਕਰਣ ਵਿੱਚ ਦੀ ਸਿੰਪਲ ਪ੍ਰੈਜ਼ੈਂਟ ਟੈਂਸ, ਜਿਹੜਾ ਸਿੰਪਲ ਪ੍ਰੈਜ਼ੈਂਟ ਜਿਹੜਾ ਪਹਿਲਾਂ ਸੀਗਾ ਸ਼ੀ ਰਾਈਟਸ ਲੈਟਰਸ ਹੈ ਨਾ, is used for the following 4 general situations। ਇਹ ਚਾਰ ਆਮ ਤੌਰ 'ਤੇ ਮੌਕਿਆਂ ਲਈ ਵਰਤਿਆ ਜਾਂਦਾ ਹੈ। ਟੂ ਸੇ ਫੈਕਟਸ, ਕੋਈ ਤੱਥ ਦਰਸਾਣੇ ਹੋਣ। ਠੀਕ ਹੈ। ਜਿੱਦਾਂ ਮੈਂ ਕਹਾਂ ਦੀ ਸਨ ਰਾਈਜ਼ਿਜ਼ ਇਨ ਦੀ ਈਸਟ, ਸੂਰਜ ਪੂਰਬ ਤੋਂ ਚੜ੍ਹਦਾ ਹੈ, ਇਹ ਤੱਥ ਹੈ। ਠੀਕ ਹੈ। ਜਨਰਲ ਸਟੇਟਮੈਂਟਸ ਆਫ ਟਰੁੱਥ, ਆਮ ਸੱਚਾਈਆਂ ਦੇ ਕਥਨ, ਜਿਵੇਂ ਮੈਂ ਕਹਾਂ ਓਨੈਸਟੀ ਇਜ਼ ਦੀ ਬੈਸਟ ਪੋਲਿਸੀ। ਠੀਕ ਹੈ। ਅਸੀਂ ਇਹ ਤਾਂ ਨਹੀਂ ਕਹਾਂਗੇ ਓਨੈਸਟੀ ਵਾਜ਼ ਦੀ ਬੈਸਟ ਪੋਲਿਸੀ ਜਾਂ ਓਨੈਸਟੀ ਵਿਲ ਬੀ ਦੀ ਬੈਸਟ, ਇਹ ਹਮੇਸ਼ਾ ਗੱਲ ਸੱਚੀ ਹੈ। ਓਨੈਸਟੀ ਇਜ਼ ਦੀ ਬੈਸਟ ਪੋਲਿਸੀ ਅਰਥਾਤ ਇਮਾਨਦਾਰੀ ਸਭ ਤੋਂ ਵਧੀਆ ਨੀਤੀ ਹੈ। ਜਾਂ ਜਿੱਦਾਂ ਕਹਿੰਦੇ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ, ਟਰੁੱਥ ਆਲਵੇਜ਼ ਵਿਨਸ, ਫਾਲਸਹੁੱਡ ਲੂਜ਼ਿਸ, ਮਤਲਬ ਕਿ ਜਿਹੜੇ ਕੂੜ ਹੈਗਾ ਉਹਨੂੰ ਹਾਰ ਹੁੰਦੀ ਹੈ ਤੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਹ ਵੀ ਸੱਚੀ ਗੱਲ ਹੈ। ਸੋ ਇਹ ਗੱਲਾਂ ਜਿਹੜੇ ਪੇਸ਼ ਕਰਨੀਆਂ ਇਹ ਹਮੇਸ਼ਾ ਪ੍ਰੈਜ਼ੈਂਟ ਟੈਂਸ ਵਿੱਚ ਕਹੀਆਂ ਜਾਂਦੀਆਂ ਨੇ। ਠੀਕ ਹੈ। ਐਂਡ ਕਾਮਨ ਸੈਂਸ ਆਈਡੀਆਜ਼, ਅਤੇ ਆਮ ਤੌਰ 'ਤੇ ਕਾਮਨ ਸੈਂਸ ਦੀ ਆਈਡੀਆ ਜਿਹੜੀਆਂ ਜਨਰਲ ਗੱਲਾਂ ਨੇ, ਜਿੱਦਾਂ ਮੈਂ ਕਹਾਂ ਲਾਈਟ ਟਰੈਵਲਸ ਇਨ ਸਟ੍ਰੇਟ ਲਾਈਨ। ਠੀਕ ਹੈ। ਜਿਹੜੀ ਰੋਸ਼ਨੀ ਹੈ ਉਹ ਸਿੱਧੀ ਰੇਖਾ ਵਿੱਚ ਆਪਣਾ ਸਫ਼ਰ ਕਰਦੀ ਹੈ। ਸਾਊਂਡ ਨੀਡਸ ਅ ਮੀਡੀਅਮ ਟੂ ਟਰੈਵਲ, ਜਿਹੜੀ ਆਵਾਜ਼ ਹੈ ਉਹ ਕਿਸੇ ਮਾਧਿਅਮ ਰਾਹੀਂ ਹੀ ਅੱਗੇ ਪਹੁੰਚਦੀ ਹੈ। ਸੋ ਇਹ ਕਾਮਨ ਸੈਂਸ ਜਿਹੜੇ ਸਾਇੰਟੀਫਿਕ ਆਈਡੀਆਜ਼ ਜਿਹੜੇ ਕੁਛ ਹੈਗੇ ਜਾਂ ਕੋਈ ਹੋਰ ਜਿਹੜੀਆਂ ਗੱਲਾਂ ਨੇ ਹੈ ਨਾ, ਸੋ ਉਹਨਾਂ ਨੂੰ ਅਸੀਂ ਮਤਲਬ ਕਿ ਪ੍ਰੈਜ਼ੈਂਟ ਟੈਂਸ ਦੇ ਵਿੱਚ ਕਹਿੰਦੇ ਹਾਂ। ਟੂ ਸਟੇਟ ਹੈਬਿਟਸ, ਜਿਹੜਾ ਬੰਦਾ ਆਦਤਨ, ਜਿੱਦਾਂ ਸ਼ੀ ਟੇਕਸ ਬਾਥ ਐਵਰੀ ਡੇ, ਉਹ ਰੋਜ਼ ਇਸ਼ਨਾਨ ਕਰਦੀ ਹੈ। ਹੀ ਡਜ਼ ਹਿਜ਼ ਨਿਤਨੇਮ ਐਵਰੀ ਮਾਰਨਿੰਗ, ਉਹ ਰੋਜ਼ ਸਵੇਰੇ ਆਪਣਾ ਨਿਤਨੇਮ ਕਰਦਾ ਹੈ। ਕਸਟਮਸ ਰਿਵਾਜ ਆ ਗਿਆ ਜਿੱਦਾਂ। ਠੀਕ ਹੈ ਨਾ। ਜਿੱਦਾਂ ਵੀ ਸੈਲੀਬ੍ਰੇਟ ਵਿਸਾਖੀ ਵਿਦ ਗ੍ਰੇਟ ਇੰਥੂਜ਼ੀਆਜ਼ਮ, ਮਤਲਬ ਕਿ ਅਸੀਂ ਵਿਸਾਖੀ ਬੜੇ ਚਾਅ ਨਾਲ ਮਨਾਉਂਦੇ ਹਾਂ। ਸੋ ਇਹ ਰਿਵਾਜ ਆ ਗਏ। ਈਵੈਂਟਸ, ਘਟਨਾਵਾਂ। ਠੀਕ ਹੈ। ਜਾਂ ਜਿੱਦਾਂ ਮੈਂ ਕਹਾਂ ਕਿ ਕੁੰਭ ਫਾਲਸ ਐਵਰੀ 12 ਈਅਰਸ, ਕੁੰਭ ਦਾ ਮੇਲਾ ਜਿਹੜਾ ਹਰ 12 ਸਾਲ ਬਾਅਦ ਆਉਂਦਾ ਹੈ। ਦੈਟ ਹੈਪਨ ਫਰੋਮ ਟਾਈਮ ਟੂ ਟਾਈਮ। ਸੋ ਇਹਨਾਂ ਚੀਜ਼ਾਂ ਨੂੰ ਵੀ ਪ੍ਰੈਜ਼ੈਂਟ ਟੈਂਸ ਵਿੱਚ ਹੀ ਕਿਹਾ ਜਾਂਦਾ ਹੈ। ਟੂ ਡਿਸਕਰਾਈਬ ਫਿਊਚਰ ਪਲਾਨਸ ਐਂਡ ਈਵੈਂਟਸ, ਜੇ ਮੈਂ ਭਵਿੱਖ ਦੇ ਪਲਾਨ, ਭਵਿੱਖ ਦੀ ਕੋਈ ਘਟਨਾ ਨੂੰ ਦਰਸਾਉਣਾ ਹੋਵੇ ਤਦ ਵੀ ਕਈ ਵਾਰ ਅਸੀਂ ਇੱਦਾਂ ਕਰਦੇ ਹਾਂ। ਜਿੱਦਾਂ ਮੈਂ ਕਹਾਂ ਮੈਂ ਕੱਲ੍ਹ ਲੰਡਨ ਦੀ ਫਲਾਈਟ ਫੜ ਰਿਹਾ ਹਾਂ। ਠੀਕ ਹੈ। ਮੈਂ ਕੱਲ੍ਹ ਲੰਡਨ ਦੀ ਫਲਾਈਟ ਫੜਾਂਗਾ ਤਾਂ ਮੈਂ ਪਲਾਨ ਦੱਸ ਰਿਹਾ। ਸੋ ਮੈਂ ਕਹਾਂਗਾ ਆਈ ਐਮ ਕੈਚਿੰਗ ਫਲਾਈਟ ਫॉर ਲੰਡਨ ਟਮੋਰੋ, ਮੈਂ ਕੱਲ੍ਹ ਲੰਡਨ ਦੀ ਫਲਾਈਟ ਫੜ ਰਿਹਾ ਹਾਂ। ਜਿੱਦਾਂ ਮੈਂ ਆਈ ਐਮ ਟਰੈਵਲਿੰਗ ਬਾਈ ਰੋਡ ਟੂ ਨਿਊ ਦਿੱਲੀ ਟਮੋਰੋ। ਠੀਕ ਹੈ। ਮੈਂ ਕੱਲ੍ਹ ਸੜਕ ਰਾਹੀਂ ਦਿੱਲੀ ਜਾ ਰਿਹਾ ਹਾਂ। ਸੋ ਇਹ ਮਤਲਬ ਕੀ ਹੈ ਫਿਊਚਰ ਦਾ ਪਲਾਨ, ਫਿਊਚਰ ਦੇ ਜੋ ਅਸੀਂ ਵੀ ਇਹਦੇ ਲਈ ਵੀ ਮੈਂ ਕੀ ਕਿਹਾ ਆਈ ਐਮ ਟਰੈਵਲਿੰਗ। ਠੀਕ ਹੈ। ਆਈ ਐਮ ਕੈਚਿੰਗ ਦਾ ਫਲਾਈਟ। ਸੋ ਇਹ ਕਿਹੜੇ ਪ੍ਰੈਜ਼ੈਂਟ ਟੈਂਸ ਨੇ। ਸੋ ਫਿਊਚਰ ਦੇ ਪਲਾਨ ਨੂੰ ਦਰਸਾਉਣ ਲਈ ਵੀ ਪ੍ਰੈਜ਼ੈਂਟ ਟੈਂਸ ਵਰਤਿਆ ਜਾਂਦਾ ਹੈ। ਫਿਰ ਟੂ ਟੈਲ ਜੋਕਸ, ਸਟੋਰੀਜ਼ ਐਂਡ ਰਿਲੇਟ ਸਪੋਰਟਿੰਗ ਇਵੈਂਟਸ ਇਨ ਰੀਅਲ ਟਾਈਮ। ਹੁਣ ਨਾਲ ਮੰਨ ਲਓ ਮੈਂ ਕੋਈ ਮੈਚ ਦੇਖਿਆ, ਮੈਂ ਕਬੱਡੀ ਦਾ ਮੈਚ ਦੇਖ ਕੇ ਆਇਆ। ਮੈਚ ਮੈਂ ਕੱਲ੍ਹ ਦੇਖਿਆ ਸੀਗਾ, ਅੱਜ ਮੈਂ ਆਪਣੇ ਦੋਸਤ ਨੂੰ ਵੇਰਵਾ ਦੇ ਰਿਹਾ। ਤਾਂ ਜੋ ਵੇਰਵਾ ਦਿੱਤਾ ਜਾਂਦਾ ਹੈ ਉਹ ਪ੍ਰੈਜ਼ੈਂਟ ਟੈਂਸ ਵਿੱਚ ਦਿੱਤਾ ਜਾਂਦਾ ਹੈ। ਕੋਈ ਕਹਾਣੀ ਸੁਣਾ ਰਿਹਾ, ਕਹਾਣੀ ਬਹੁਤ ਪਹਿਲੇ ਹੋਈ ਸੀਗੀ, ਉਹ ਕਹਾਣੀ ਦਾ ਜਦੋਂ ਵੇਰਵਾ ਦੇਵਾਂਗਾ ਤਾਂ ਮੈਂ ਕਹਿੰਦਾ ਮੈਨ ਨੌਕਸ ਐਟ ਦੀ ਡੋਰ, ਹੀ ਗੋਜ਼ ਇਨਸਾਈਡ, ਹੈ ਨਾ, ਅ ਲੇਡੀ ਕਮਸ ਆਊਟ ਐਂਡ ਓਪਨਸ ਦਾ ਡੋਰ, ਸ਼ੀ ਆਸਕਸ ਹਿਮ ਵਟ ਡੂ ਯੂ ਵਾਂਟ। ਅਤੇ ਮਤਲਬ ਇਹ ਕੀ ਹੈਗਾ, ਇਹ ਪ੍ਰੈਜ਼ੈਂਟ ਟੈਂਸ ਵਿੱਚ ਗੱਲ ਹੋ ਰਹੀ ਹੈ। ਅਰਥਾਤ ਅਸੀਂ ਉਸ ਪਿਕਚਰ ਨੂੰ, ਉਸ ਸੀਨ ਨੂੰ ਦਰਸਾ ਰਹੇ ਹਾਂ, ਕਿਸੇ ਨੂੰ ਦੱਸ ਰਹੇ ਹਾਂ। ਇਸੇ ਤਰ੍ਹਾਂ ਜੋਕ ਦੱਸਣਾ, ਕੋਈ ਕਮੈਂਟਰੀ, ਕੋਈ ਇਕਾਂਗੀ ਦੀ ਗੱਲ ਹੈਗੀ ਹੈ ਜਿਹ 'ਚ ਪਾਤਰ ਹੈਗੇ ਨੇ ਆਪਸ ਵਿੱਚ ਗੱਲਾਂ ਬਾਤਾਂ ਕਰ ਰਹੇ ਨੇ। ਸੋ ਇਹ ਸਾਰੀਆਂ ਗੱਲਾਂ ਲਈ ਵੀ ਪ੍ਰੈਜ਼ੈਂਟ ਟੈਂਸ ਵਰਤਿਆ ਜਾਂਦਾ ਹੈ। ਠੀਕ ਹੈ ਬੱਚਿਓ। ਆਓ ਹੁਣ ਅਸੀਂ ਉਦਾਹਰਨਾਂ ਰਾਹੀਂ ਇਹ ਗੱਲਾਂ ਨੂੰ ਦੇਖੀਏ ਹੋਰ। ਠੀਕ ਹੈ। ਵੀ ਯੂਜ਼ ਵਰਬ ਹੈ, ਇਹਦਾ ਮਤਲਬ ਹੈਗਾ ਥੱਲੇ ਇੱਕ ਲਾਇਆ ਮਤਲਬ ਕਿ ਵਰਬ ਦੀ ਪਹਿਲੀ ਫਾਰਮ। ਵੀ ਦਾ ਮਤਲਬ ਵਰਬ ਹੈ ਅਤੇ ਇੱਕ ਦਾ ਮਤਲਬ ਹੈ
वर्ब दी पहली फॉर्म फॉर आई यू एंड आ प्लूरल सब्जेक्ट। प्लूरल मैंने बहुवचन, मतलब आई वास्ते, वी वास्ते, यू वास्ते, ठीक है। तो प्लूरल, प्लूरल मैंने दे, मतलब कि ज़्यादा सारे होण बंदे, सब्जैक्ट होण, उन्हां वास्ते असीं वरतदे हां वर्ब दी पहली फॉर्म। जिद्दां यू प्रे टू गॉड डेली, तुसी वाहिगुरू अगे रोज़ अरदास करदे हो, ठीक है। ਇਹ आ गया प्रे, फर्स्ट फॉर्म आ गई। दे, हुण देखो दे बहुवचन आ गया। दे बाय मिल्क फ्रॉम दिस डेयरी, ਉਹ ਇਸ ਡੇਅਰੀ ਤੋਂ ਦੁੱਧ ਖਰੀਦਦੇ ਹਨ, ਠੀਕ ਹੈ। ਫਿਰ ਆ ਗਿਆ ਵੀ ਯੂਜ਼ ਵਰਬ ਫਸਟ ਫॉर्म ਤੇ ਜਮਾ ਐਸ ਤੇ ਜਾਂ ਜਮਾ ਈ ਐਸ ਲਗਾ ਦਈਦਾ ਫॉर ਅ ਸਿੰਗੂਲਰ ਸਬਜੈਕਟ। ਸਿੰਗੂਲਰ ਸਬਜੈਕਟ ਕਿਹੜਾ ਬੱਚਿਓ? ਫਸਟ ਪਰਸਨ ਜਾਂ ਸੈਕਿੰਡ ਪਰਸਨ ਨਹੀਂ, ਥਰਡ ਪਰਸਨ ਵਾਸਤੇ, ਤੀਜਾ ਪੁਰਖ। ਹੀ, ਸ਼ੀ ਜਾਂ ਇਟ, ਜਾਂ ਟੌਮ, ਡਿਕ, ਹੈਰੀ ਹੋਵੇ, ਕੋਈ ਰਾਮ, ਸ਼ਾਮ ਹੋਵੇ, ਸਤਿੰਦਰ ਹੋਵੇ, ਭੁਪਿੰਦਰ ਹੋਵੇ, ਹੈ ਨਾ, ਸੁਰਜੀਤ ਹੋਵੇ, ਹਰਜੀਤ ਹੋਵੇ, ਇੱਕ ਬੰਦਾ ਹੋਵੇ, ਠੀਕ ਹੈ। ਤੇ ਉਹਦੀ ਜਗ੍ਹਾ ਅਸੀਂ ਹੀ, ਸ਼ੀ, ਇਟ ਵਰਤ ਸਕਦੇ ਹਾਂ। ਇੱਕ ਕੈਟ, ਇੱਕ ਕੁੱਤਾ, ਇੱਕ ਬਿੱਲੀ, ਇੱਕ ਇੱਲ, ਇੱਕ ਬਾਜ, ਇੱਕ ਸ਼ੇਰ ਦੀ ਗੱਲ ਹੋ ਰਹੀ ਹੋਵੇ, ਇੱਕ ਕਿਸੇ ਚੀਜ਼ ਦੀ, ਇੱਕ ਸ਼ੈ ਦੀ ਗੱਲ ਹੋ ਰਹੀ ਹੋਵੇ, ਇੱਕ ਸਬਜੈਕਟ ਹੋਵੇ ਸਿੰਗੂਲਰ, ਤੇ ਅਸੀਂ ਵਰਤਦੇ ਹਾਂ ਵਰਬ ਦੀ ਪਹਿਲੀ ਫਾਰਮ ਤੇ ਨਾਲ ਐਸ ਜਾਂ ਈ ਐਸ ਲੱਗ ਜਾਂਦਾ ਹੈ। ਹੁਣ ਦੇਖੋ ਸ਼ੀ ਸਿੰਗੂਲਰ ਹੈਗਾ, ਸਪੀਕਸ ਦਾ ਟਰੁਥ, ਉਹ ਸੱਚ ਬੋਲਦੀ ਹੈ। ਮੀਨਾ ਇੱਕ ਵਚਨ ਹੈ ਨਾ। ਕੁਕਸ ਡਿਲੀਸ਼ੀਅਸ ਫੂਡ, ਮੀਨਾ ਬੜਾ ਸਵਾਦੀ ਖਾਣਾ ਬਣਾਉਂਦੀ ਹੈ। ਹੁਣ ਦੇਖੋ ਇੱਥੇ ਆ ਕੇ ਕੁਕਸ ਆ ਗਿਆ, ਐਸ ਆ ਗਿਆ ਨਾ, ਇੱਥੇ ਸਪੀਕ ਨਾਲ ਐਸ ਆ ਗਿਆ। ਹੁਣ ਸਾਰੀ ਗੱਲਾਂ ਨੂੰ ਬੱਚੋ ਗੌਰ ਕਰੀ ਜਾਇਓ, ਇਹ ਬੜੀਆਂ ਇੰਪੋਰਟੈਂਟ ਗੱਲਾਂ ਨੇ, ਬੜੀਆਂ ਮਹੱਤਵਪੂਰਨ ਗੱਲਾਂ ਨੇ। ਤੇ ਜੇ ਤੁਸੀਂ ਗਲਤ ਲਿਖੋਗੇ ਜਵਾਬ ਦੇ ਵਿੱਚ, ਮਤਲਬ ਕਿ ਸਿਰਫ ਗ੍ਰਾਮਰ ਵਿੱਚ ਹੀ ਨਹੀਂ, ਆਮ ਤੁਸੀਂ ਕੋਈ ਜਵਾਬ ਅੰਗਰੇਜ਼ੀ ਦਾ ਲਿਖਦੇ, ਚਿੱਠੀ ਲਿਖਦੇ, ਕੋਈ ਲੇਖ ਲਿਖਦੇ, ਨਿਬੰਧ ਲਿਖਦੇ, ਜੇ ਗਲਤੀਆਂ ਕਰੋਗੇ ਇੱਦਾਂ ਦੀਆਂ ਤੇ ਉਹਨਾਂ ਤੁਹਾਡੇ ਨੰਬਰ ਕੱਟੇ ਜਾਣਗੇ, ਠੀਕ ਹੈ। ਆਓ ਅੱਗੇ ਚਲੀਏ। ਆ ਦੇਖੋ ਹੁਣ ਫਿਲ ਇਨ ਦੀ ਬਲੈਂਕਸ ਵਿਦ ਸਿੰਪਲ ਪ੍ਰੈਜ਼ੈਂਟ ਟੈਂਸ। ਤੇ ਬੱਚਿਓ ਸਿੰਪਲ ਜੀ ਗੱਲ ਹੈ, ਆਈ, ਯੂ, ਦੇ ਨਾਲ ਸਿੱਧੀ ਫਸਟ ਫਾਰਮ, ਹੀ, ਸ਼ੀ, ਇਟ ਦੇ ਨਾਲ ਐਸ ਜਾਂ ਈ ਐਸ ਲੱਗ ਜਾਣਾ ਹੈ, ਬਸ ਇਹ ਚੇਤੇ ਰੱਖਣਾ। ਆਈ, ਹੁਣ ਆਈ ਨਾ, ਆਈ ਲਾਈਕ ਬ੍ਰੈਡ, ਮੈਨੂੰ ਡਬਲ ਰੋਟੀ ਪਸੰਦ ਹੈ। ਵੀ ਡੂ ਅਵਰ ਡਿਊਟੀ, ਵੀ ਦੇ ਨਾਲ ਹਮੇਸ਼ਾ ਫਸਟ ਫਾਰਮ ਆਏਗੀ, ਆਈ ਨਾਲ ਵੀ ਫਸਟ ਫਾਰਮ ਆਏਗੀ। ਵੀ ਡੂ ਅਵਰ ਡਿਊਟੀ, ਅਸੀਂ ਆਪਣਾ ਫਰਜ਼ ਨਿਭਾਉਂਦੇ ਹਾਂ, ਅਸੀਂ ਆਪਣਾ ਫਰਜ਼ ਨਿਭਾਉਂਦੇ ਹਾਂ। ਰਾਹੁਲ ਇੱਕ ਵਚਨ ਆ ਗਿਆ, ਥਰਡ ਪਰਸਨ। ਰਾਹੁਲ ਸਪੀਕਸ ਦਾ ਟਰੁਥ, ਰਾਹੁਲ ਸੱਚ ਬੋਲਦਾ ਹੈ। ਦੀ ਸਨ ਰਾਈਜ਼ਿਜ਼ ਇਨ ਦੀ ਈਸਟ, ਦੀ ਸਨ ਇੱਕ ਸੂਰਜ ਹੈ, ਰਾਈਜ਼ਿਜ਼ ਚੜ੍ਹਦਾ ਹੈ, ਇਨ ਦਾ ਈਸਟ ਸੂਰਜ ਪੂਰਬ ਵਾਲੇ ਪਾਸੇ ਤੋਂ ਚੜ੍ਹਦਾ ਹੈ। ਫਿਰ ਅਗਲਾ ਆ ਗਿਆ, ਰਾਈਟ ਇਨ ਦੀ ਗਿਵਨ ਸਪੇਸ ਵਟ ਯੂ ਯੂਜ਼ਲੀ ਡੂ ਐਵਰੀ ਮੋਰਨਿੰਗ ਐਂਡ ਈਵਨਿੰਗ, ਸਟਾਰਟ ਯੂਰ ਸੈਂਟੈਂਸ ਵਿਦ ਆਈ। ਹੁਣ ਕਹਿੰਦੇ ਇਹਨਾਂ ਨੇ ਵੀ ਤੁਹਾਨੂੰ ਪ੍ਰੈਕਟਿਸ ਲਈ ਕਹਿਤਾ ਹੈ ਵੀ ਤੁਸੀਂ ਕਿੰਨੀ ਸਾਰੀ ਕਿਰਿਆਵਾਂ ਕਰਦੇ ਹੋ ਸਵੇਰੇ ਉੱਠ ਕੇ, ਹੈ ਨਾ, ਤੇ ਸ਼ਾਮੀ ਵੀ ਕੁਛ ਨਾ ਕੁਛ ਕਰਦੇ ਹੋ, ਤੇ ਤੁਸੀਂ ਆਪਣੇ ਵੱਲੋਂ ਸੈਂਟੈਂਸ ਬਣਾਓ ਤੇ ਆਈ ਤੋਂ ਸ਼ੁਰੂ ਕਰੋ ਕੀ, ਤੇ ਅਖੀਰ ਐਂਡ ਕਿਤੇ ਕਰਨਾ, ਮਾਰਨਿੰਗ ਤੇ ਈਵਨਿੰਗ ਤੇ ਕਰਨਾ, ਠੀਕ ਹੈ। ਆਈ ਦੇ ਨਾਲ ਹਮੇਸ਼ਾ ਫਸਟ ਫਾਰਮ ਆਏਗੀ, ਐਸ ਈ ਐਸ ਨਹੀਂ ਲੱਗੇਗਾ। ਹੀ, ਸ਼ੀ, ਇਟ ਦੇ ਨਾਲ ਲੱਗਦਾ, ਆਈ, ਵੀ ਤੇ ਯੂ ਦੇ ਨਾਲ ਨਹੀਂ ਲੱਗਦਾ। ਸੋ ਇੱਕ ਦੇ ਦਿਮਾਗ 'ਚ ਇਹ ਗੱਲ ਰੱਖਣੀ ਹੈ ਆਪਾਂ। ਹੁਣ ਤੁਸੀਂ ਵੀਡੀਓ ਪੌਜ਼ ਕਰ ਦਿਓ ਬੱਚਿਓ, ਤੇ ਨਾਲ ਤੁਸੀਂ ਇਹ ਸੈਂਟੈਂਸ ਬਣਾਉਣ ਦੀ ਕੋਸ਼ਿਸ਼ ਕਰੋ, ਠੀਕ ਹੈ। ਤੇ ਆਓ ਅੱਗੇ ਚਲੀਏ। ਫਿਰ ਉਹਨਾਂ ਸੈਂਟੈਂਸਾਂ ਨੂੰ, ਵਾਕਾਂ ਨੂੰ ਤੁਸੀਂ ਮੇਰੇ ਦਿੱਤੇ ਹੋਏ ਸੈਂਟੈਂਸਾਂ ਨਾਲ ਵੀ ਮੇਲ ਕਰ ਸਕਦੇ ਹੋ ਸਕਦਾ ਵੱਖਰੇ ਹੋਣ, ਪਰ ਵੱਖਰੇ ਹੋਣ 'ਚ ਵਿੱਚ ਕੋਈ ਗੜਬੜ ਨਹੀਂ ਹੈ। there is no harm in that, they will not be wrong, but only thing you have to keep in mind is that he, she, it ਦੇ ਨਾਲ ਐਸ ਜਾਂ ਈ ਐਸ ਲੱਗੇਗਾ ਵਰਬ ਦੇ ਨਾਲ। ਤੇ ਦੂਜੀ ਗੱਲ, ਇੱਥੇ ਆਈ ਹੈਗਾ ਤੇ ਐਸ ਔਰ ਈ ਐਸ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ। ਸੋ ਸਾਰੀ ਵਰਬਾਂ ਜਿਹੜੀਆਂ ਸਿੰਪਲ ਫਸਟ ਫਾਰਮ ਲੱਗਣਗੀਆਂ, ਬਸ ਇਹ ਗੱਲ ਖਿਆਲ ਰੱਖਣਾ। ਹੁਣ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਨਹਾਉਣ ਨੂੰ ਅੰਗਰੇਜ਼ੀ 'ਚ ਕੀ ਕਹਿੰਦੇ ਆ, ਆਪਣਾ ਬੁਰਸ਼ ਦੰਦ ਸਾਫ਼ ਕਰਨ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਆ, ਕੱਪੜੇ ਪਾਉਣ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਆ, ਪੜ੍ਹਨ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਆ। ਸੋ ਜਿਹੜੀ ਵਰਬ ਹੈਗੀਆਂ, ਕਿਰਿਆਵਾਂ ਨੇ, ਉਹਨਾਂ ਨੂੰ ਲਿਖਣਾ। ਆਓ ਦੇਖੀਏ। ਹੁਣ ਮੈਂ ਬਣਾਏ ਨੇ ਕੁਝ ਸੈਂਟੈਂਸ, ਤੁਸੀਂ ਇਹਨਾਂ ਨੂੰ ਵੀ ਕਾਪੀ ਕਰ ਲਓ, ਤੇ ਜਿਹੜੇ ਕਾਪੀ ਕਰੋਗੇ ਹੋ ਸਕਦਾ ਇਹਨਾਂ ਸੈਂਟੈਂਸਾਂ ਰਾਹੀਂ, ਇਹਨਾਂ ਵਾਕਾਂ ਰਾਹੀਂ ਤੁਹਾਨੂੰ ਵੀ ਕੋਈ ਨਾ ਕੋਈ ਆਈਡੀਆ ਮਿਲ ਜਾਏ, ਠੀਕ ਹੈ। ਤੁਹਾਡੀ ਕਲਪਨਾ ਵੀ ਉਡਾਰੀ ਮਾਰੇ ਤੇ ਤੁਸੀਂ ਆਪਣੇ ਵੱਲੋਂ ਬਣਾ ਕੇ ਕੁਝ ਲਿਖ ਸਕਦੇ ਹੋ। ਆਓ ਅੱਗੇ ਚਲੀਏ। ਦੇਖੀਏ ਉਹਨੇ ਮਾਰਨਿੰਗ ਈਵਨਿੰਗ ਕਰ ਦਿੱਤਾ। ਹੁਣ ਜਿੱਦਾਂ ਉਹਨੇ ਇੱਕ ਉਦਾਹਰਨ ਦਿੱਤਾ, ਆਈ ਗੈਟ ਅਪ ਐਟ 6 o'clock ਐਵਰੀ ਮਾਰਨਿੰਗ। ਗੈਟ ਅਪ ਮੈਨੇ ਜਾਗਣਾ, ਗੈਟ ਅਪ ਇਕੱਠਾ, ਠੀਕ ਹੈ। ਆਈ ਗੈਟ ਅਪ ਐਟ 6 o'clock ਐਵਰੀ ਮਾਰਨਿੰਗ, ਮੈਂ ਰੋਜ਼ ਸਵੇਰੇ 6 ਵਜੇ ਉੱਠਦਾ ਹਾਂ। ਹੁਣ ਮੈਂ ਇੱਦਾਂ ਅਗਲਾ ਕਹਤਾ ਆਈ ਪਲੇ ਕ੍ਰਿਕਟ ਐਵਰੀ ਈਵਨਿੰਗ। ਦੂਜਾ ਉਹਨਾਂ ਨੇ ਇਹ ਕਹਤਾ ਕਿ ਮੈਂ ਹਰ ਰੋਜ਼ ਸ਼ਾਮੀ ਕ੍ਰਿਕਟ ਖੇਡਦਾ ਹਾਂ। ਹੁਣ ਮੈਂ ਅੱਗੇ ਬਣਾਏ ਨੇ ਉਦਾਹਰਨ, ਆਈ ਟੇਕ ਬਾਥ ਐਵਰੀ ਮਾਰਨਿੰਗ, ਮੈਂ ਰੋਜ਼ ਸਵੇਰੇ ਇਸ਼ਨਾਨ ਕਰਦਾ ਹਾਂ। ਆਈ ਡੂ ਨਿਤਨੇਮ ਐਵਰੀ ਮਾਰਨਿੰਗ, ਮੈਂ ਰੋਜ਼ ਸਵੇਰੇ ਆਪਣਾ ਨਿਤਨੇਮ ਕਰਦਾ ਹਾਂ।
जपजी साहब पढ़दा हाँ ना, जो भी कह लो। आई एक्सरसाइज एवरी मॉर्निंग, मैं रोज़ सवेरे वर्जिश करदा हाँ। आई ईट ब्रेकफास्ट एवरी मॉर्निंग, मैं रोज़ सवेरे अपना नाश्ता करदा हाँ। ਹੁਣ ਤੁਸੀਂ ਕੋਈ ਹੋਰ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਦੇ, ਠੀਕ ਹੈ। ਹੁਣ ਈਵਨਿੰਗ ਵਾਲੇ ਦੇਖੀਏ। ਈਵਨਿੰਗ ਵਾਲੇ, ਆਈ ਪਲੇ ਕਬੱਡੀ ਐਵਰੀ ਈਵਨਿੰਗ, ਮੈਂ ਰੋਜ਼ ਸ਼ਾਮੀ ਕਬੱਡੀ ਖੇਡਦਾ ਹਾਂ। ਆਈ ਪੋਲਿਸ਼ ਮਾਈ ਸ਼ੂਜ਼ ਐਵਰੀ ਈਵਨਿੰਗ, ਮੈਂ ਰੋਜ਼ ਸ਼ਾਮਾਂ ਨੂੰ ਆਪਣੇ ਬੂਟ ਪੋਲਿਸ਼ ਕਰਦਾ ਹਾਂ। ਆਈ ਪ੍ਰੀਪੇਅਰ ਮਾਈ ਸਕੂਲ ਬੈਗ ਐਵਰੀ ਈਵਨਿੰਗ, ਮੈਂ ਰੋਜ਼ ਸ਼ਾਮ ਨੂੰ ਆਪਣੇ ਸਕੂਲ ਦੇ ਬੈਗ ਨੂੰ ਪੈਕ ਕਰਕੇ ਤਿਆਰ ਕਰਦਾ ਹਾਂ ਸਵੇਰ ਵਾਸਤੇ, ਤਾਂ ਕਿ ਮੈਨੂੰ ਸਵੇਰ ਵਾਸਤੇ ਦੌੜ ਭੱਜ ਨਾ ਕਰਨੀ ਪਵੇ। ਸ਼ਾਮੀ ਸੌਣ ਤੋਂ ਪਹਿਲੇ ਮੈਂ ਆਪਣਾ ਸਾਰਾ ਬੈਗ, ਕਿਤਾਬਾਂ, ਨੋਟਬੁੱਕਾਂ, ਪੈਨ, ਜੋ ਵੀ ਚਾਹੀਦਾ ਮੈਂ ਪੂਰਾ ਤਿਆਰ ਕਰ ਲੈਂਦਾ ਹਾਂ। ਪ੍ਰੀਪੇਅਰ ਮੈਨੇ ਤਿਆਰ ਕਰਨਾ। ਆਈ ਰਿਵਾਈਜ਼ ਮਾਈ ਲੈਸਨਸ ਐਵਰੀ ਈਵਨਿੰਗ, ਜੋ ਮੈਂ ਸਾਰਾ ਦਿਨ ਸਵੇਰੇ ਪੜ੍ਹਿਆ ਹੁੰਦਾ ਸ਼ਾਮੀ ਮੈਂ ਉਹਨੂੰ ਰਿਵਾਈਜ਼, ਮੁੜ ਕੇ ਚੇਤਾ ਕਰਦਾ ਹਾਂ ਸਾਰੇ ਸਬਕਾਂ ਨੂੰ। ਆਈ ਰਿਵਾਈਜ਼ ਮਾਈ ਲੈਸਨਸ ਐਵਰੀ ਈਵਨਿੰਗ। ਫਿਰ ਅਗਲਾ ਆ ਗਿਆ, ਮੈਂ ਲਿਖਿਆ ਆਈ ਹੈਲਪ ਮਾਈ ਮਦਰ ਵਿਦ ਡਿਨਰ ਐਵਰੀ ਈਵਨਿੰਗ, ਮੈਂ ਰਾਤ ਦੇ ਖਾਣੇ ਲਈ ਆਪਣੇ ਮਾਤਾ ਜੀ ਦੀ ਰੋਜ਼ ਸ਼ਾਮੀ ਮਦਦ ਕਰਦਾ ਹਾਂ। ਆਈ ਹੈਲਪ ਮਾਈ ਮਦਰ, ਮੈਂ ਆਪਣੇ ਮਾਤਾ ਜੀ ਦੇ ਨਾਲ ਕੰਮ ਵਿੱਚ ਹੱਥ ਬਣਾਉਂਦਾ ਹਾਂ, ਜਦੋਂ ਸ਼ਾਮ ਦਾ ਖਾਣਾ ਬਣਾਉਂਦੇ ਨੇ ਮੈਂ ਨਾਲ ਉਹਨਾਂ ਦੀ ਮਦਦ ਕਰਦਾ ਹਾਂ। ਸੋ ਇਸ ਤਰ੍ਹਾਂ ਬੱਚੋ ਤੁਸੀਂ ਵੀ ਕੋਈ ਨਾ ਕੋਈ ਸੈਂਟੈਂਸ ਜਿਹੜੇ ਨੇ ਉਹ ਬਣਾ ਕੇ ਲਿਖ ਸਕਦੇ ਹੋ। ਹੁਣ ਅੱਗੇ ਚਲੀਏ। ਕਹਿੰਦੇ ਫਿਲ ਇਨ ਦੀ ਬਲੈਂਕਸ ਵਿਦ ਦੀ ਕਰੈਕਟ ਫਾਰਮ ਆਫ ਦੀ ਵਰਬ, ਪ੍ਰੈਜ਼ੈਂਟ ਟੈਂਸ, ਪ੍ਰੈਜ਼ੈਂਟ ਸਿੰਪਲ, ਠੀਕ ਹੈ। ਕਹਿੰਦੇ ਹੇਠ ਲਿਖੇ ਸੈਂਟੈਂਸਾਂ ਵਿੱਚ ਤੁਸੀਂ ਪ੍ਰੈਜ਼ੈਂਟ ਸਿੰਪਲ ਦੀ ਸਹੀ ਦਰੁਸਤ ਵਰਬ ਦੀ ਫਾਰਮ ਲਿਖੋ। ਇੱਕ ਗੱਲ ਚੇਤੇ ਰੱਖਣੀ ਹੈ ਬੱਚੋ, ਸ਼ੀ, ਹੀ, ਇਟ ਤੇ ਪ੍ਰੋਪਰ ਨਾਊਨ ਕੋਈ ਹੋਵੇ, ਨਾਮ ਹੋਵੇ ਇੱਕ ਬੰਦੇ ਦਾ, ਬੰਦੀ ਦਾ, ਜਾਨਵਰ ਦਾ, ਤੇ ਵਰਬ ਨਾਲ ਐਸ ਜਾਂ ਈ ਐਸ ਲੱਗੇਗਾ। ਆਈ, ਵੀ, ਯੂ, ਦੇ, ਜ਼ਿਆਦਾ ਸਾਰੇ ਬੰਦੇ ਹੋਣ, ਬਹੁਵਚਨ ਹੋਣ, ਥਰਡ ਪੁਰਖ, ਹਾਂਜੀ। ਸੁਰਿੰਦਰ ਐਂਡ ਮਹਿੰਦਰ ਹੋਵੇ, ਰਾਮ ਅਤੇ ਸ਼ਾਮ ਹੋਵੇ, ਗੀਤਾ ਅਤੇ ਸੀਤਾ ਹੋਵੇ, ਠੀਕ ਹੈ। ਮਨਪ੍ਰੀਤ ਅਤੇ ਸੁਖਪ੍ਰੀਤ ਹੋਵੇ, ਇਹ ਦੋ ਜਣੇ ਹੋਣ ਤੇ ਫਿਰ ਲੱਗੇਗਾ ਵਰਬ, ਫਿਰ ਈ ਐਸ ਨਹੀਂ ਲੱਗੇਗਾ, ਐਸ ਨਹੀਂ ਲੱਗੇਗਾ, ਠੀਕ ਹੈ। ਸੋ ਆਓ ਦੇਖੀਏ ਪਹਿਲਾ ਸੈਂਟੈਂਸ, ਸ਼ੀ ਦ ਨਿਊਜ਼ਪੇਪਰ ਐਵਰੀ ਡੇ। ਹੁਣ ਇੱਕ ਵਚਨ ਹੈ, ਸ਼ੀ ਇੱਕ ਵਚਨ ਹੈ, ਸੋ ਸ਼ੀ ਰੀਡਸ ਦ ਨਿਊਜ਼ਪੇਪਰ ਐਵਰੀ ਡੇ, ਉਹ ਰੋਜ਼ ਅਖਬਾਰ ਪੜ੍ਹਦੀ ਹੈ, ਠੀਕ ਹੈ। ਹੁਣ ਵੀ ਤੇ ਆਈ ਦੇ ਨਾਲ ਹਮੇਸ਼ਾ ਫਸਟ ਫਾਰਮ ਸਿੰਪਲ ਲੱਗਦੀ ਹੈ, ਸੋ ਵੀ ਕਮ ਟੂ ਸਕੂਲ ਬਾਏ ਬੱਸ, ਅਸੀਂ ਸਕੂਲ ਬੱਸ ਰਾਹੀਂ ਆਉਂਦੇ ਹਾਂ। ਯੂ ਦੇ ਨਾਲ ਵੀ ਸਿੰਪਲ ਫਸਟ ਫਾਰਮ ਲੱਗਦੀ ਹੈ, ਯੂ ਵਰਕ ਵੈਰੀ ਹਾਰਡ, ਤੁਸੀਂ ਬੜੀ ਮਿਹਨਤ ਨਾਲ ਕੰਮ ਕਰਦੇ ਹੋ, ਠੀਕ ਹੈ। ਅੱਗੇ ਆ ਗਿਆ ਸ਼ੀ, ਹੁਣ ਦੇਖੋ ਇੱਕ ਵਚਨ ਆ ਗਿਆ, ਸ਼ੀ ਲਾਈਕਸ ਸਿਟਿੰਗ ਇਨ ਦਾ ਸਨ, ਉਹਨੂੰ ਧੁੱਪ ਵਿੱਚ ਬੈਠਣਾ ਪਸੰਦ ਹੈ, ਠੀਕ ਹੈ। ਫਿਰ ਅਗਲਾ ਆ ਗਿਆ ਵੀ ਪਲੇ ਇਨ ਦੀ ਪਾਰਕ ਐਵਰੀ ਡੇ, ਅਸੀਂ ਪਾਰਕ ਵਿੱਚ ਹਰ ਰੋਜ਼ ਖੇਡਦੇ ਹਾਂ। ਅੱਗੇ ਚਲੀਏ। ਓਕੇ, ਨੀਲਮ ਐਂਡ ਆਈ, ਹੁਣ ਇੱਕ ਤੇ ਬਹੁਵਚਨ ਤਾਂ ਆਈ ਹੈ ਤੇ ਆਈ ਵੀ ਆ ਗਿਆ। ਨੀਲਮ ਐਂਡ ਆਈ ਆਲਵੇਜ਼ ਟਰਾਈ ਟੂ ਅਰਾਈਵ ਇਨ ਟਾਈਮ, ਨੀਲਮ ਅਤੇ ਮੈਂ ਹਮੇਸ਼ਾ, ਆਲਵੇਜ਼ ਮੈਨੇ ਹਮੇਸ਼ਾ, ਸਦਾ ਸਮੇਂ ਸਿਰ ਪੁੱਜਣ ਦੀ ਕੋਸ਼ਿਸ਼ ਕਰਦੇ ਹਾਂ, ਟਰਾਈ ਮੈਨੇ ਯਤਨ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ, ਠੀਕ ਹੈ। ਸੰਜੀਵ ਆਲਵੇਜ਼ ਵਾਕਸ, ਇੱਕ ਵਚਨ ਹੈ ਦੇਖੋ, ਸੰਜੀਵ ਇੱਕ ਹੈਗਾ, ਆਲਵੇਜ਼ ਹਮੇਸ਼ਾ, ਵਾਕਸ ਟੂ ਸਕੂਲ, ਸੰਜੀਵ ਹਮੇਸ਼ਾ ਤੁਰ ਕੇ ਸਕੂਲ ਜਾਂਦਾ ਹੈ, ਠੀਕ ਹੈ। ਦੀ ਡੌਗ ਚੇਜ਼ਿਜ਼, ਚੇਜ਼ ਮੈਨੇ ਤਾਂ ਪਿੱਛਾ ਕਰਨਾ, ਦੀ ਡੌਗ ਚੇਜ਼ਿਜ਼ ਦਾ ਕੈਟ, ਜਿਹੜਾ ਕੁੱਤਾ ਹੈ ਉਹ ਬਿੱਲੀ ਪਿੱਛੇ ਭੱਜਦਾ ਹੈ, ਪਿੱਛਾ ਕਰਦਾ ਹੈ। ਆਲ ਅਰਾਊਂਡ ਦੀ ਹਾਊਸ, ਘਰ ਦੇ ਆਲੇ ਦੁਆਲੇ ਜਿਹੜਾ ਕੁੱਤਾ ਹੈ ਉਹ ਬਿੱਲੀ ਦੇ ਮਗਰ ਭੱਜਦਾ ਹੈ, ਬਿੱਲੀ ਦਾ ਪਿੱਛਾ ਕਰਦਾ ਹੈ, ਕਿਉਂ ਡੌਗ ਇੱਕ ਹੈਗਾ, ਇੱਕ ਵਚਨ ਹੈ, ਸੋ ਚੇਜ਼ਿਜ਼, ਠੀਕ ਹੈ। ਵੀ ਈਟ ਟੂਗੈਦਰ ਐਵਰੀ ਡੇ, ਅਸੀਂ ਹਰ ਰੋਜ਼ ਖਾਣਾ ਇਕੱਠੇ ਖਾਂਦੇ ਹਾਂ, ਠੀਕ ਹੈ। ਰਾਜਾ ਇੱਕ ਵਚਨ ਹੈ, ਸੋ ਸਪੀਕਸ, ਐਸ ਲੱਗ ਗਿਆ। ਰਾਜਾ ਸਪੀਕਸ ਸੈਵਰਲ ਫੋਰਨ ਲੈਂਗੁਏਜਿਸ, ਰਾਜਾ ਬਹੁਤ ਸਾਰੀਆਂ ਕੋਪਰੀਆਂ ਫੋਰਨ ਬੋਲੀਆਂ ਜਿਹੜੀਆਂ ਹੈ ਉਹ ਬੋਲਦਾ ਹੈ। ਸੋ ਪਿਆਰੇ ਵਿਦਿਆਰਥੀਓ, ਇਸ ਦੇ ਨਾਲ ਹੀ ਇਸ ਵੀਡੀਓ ਦੀ ਇੱਥੇ ਸਮਾਪਤੀ ਹੈ। ਤੁਹਾਡੀ ਜਿਹੜੀ ਐਕਟੀਵਿਟੀ ਸੀਗੀਆਂ 7 ਔਰ 8 ਜਿਹੜੀਆਂ ਹੈ ਉਹ ਅਸੀਂ ਇਸ ਵੀਡੀਓ ਵਿੱਚ ਸਮਾਪਤ ਕਰ ਦਿੱਤੀਆਂ ਹਨ। ਅਗਲੀ ਜਿਹੜੀਆਂ ਐਕਟੀਵਿਟੀਜ਼ ਜੇ ਕੋਈ ਰਹਿੰਦੀਆਂ ਹੋਣਗੀਆਂ ਉਹ ਆਉਣ ਵਾਲੀ ਵੀਡੀਓਜ਼ ਵਿੱਚ ਤੁਹਾਡੇ ਲਈ ਛੇਤੀ ਹੀ ਲੈ ਕੇ ਆਵਾਂਗੇ। ਤੁਸੀਂ ਡਟ ਕੇ ਆਪਣੀ ਪੜ੍ਹਾਈ ਕਰਦੇ ਰਹੋ। ਵੀਡੀਓ ਨੂੰ ਲਾਈਕ ਕਰੋ, ਇਹਨੂੰ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਇਹਦਾ ਲਾਹਾ ਲੈ ਸਕਣ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ। ਤੁਹਾਡਾ ਸਾਰਿਆਂ ਦਾ
बहुत बहुत धन्यवाद। रब रखा। थैंक यू वेरी मच। गॉड ब्लेस यू ऑल।